ਜ਼ਿਆਦਾਤਰ ਜਿਹੜੀਆਂ ਸਕਿਨ ਦੀਆਂ ਬਿਮਾਰੀਆਂ ਹੈ ਉਹ ਧੁੱਪ ਕਰਕੇ ਆਉਂਦੀਆਂ 50 to 60%। ਤੇ ਕਾਫੀ ਸਾਰੀਆਂ ਜਿਹੜੀਆਂ ਐਂਟੀ ਏਜਿੰਗ ਪ੍ਰੋਬਲਮਸ ਹੈ, ਜਿਵੇਂ ਰਿੰਕਲਸ ਦੀ ਪ੍ਰੋਬਲਮ ਹੈ, ਉਹ ਵੀ ਧੁੱਪ ਕਰਕੇ ਆਉਂਦੀ ਹੈ। ਤਾਂ ਧੁੱਪ ਤੋਂ ਬਚਣਾ ਬਹੁਤ ਜ਼ਰੂਰੀ ਹੈ। ਪਿੰਪਲ ਦੀ ਪ੍ਰੋਬਲਮ ਏਜ ਦੇ ਨਾਲ ਆਉਂਦੀ ਹੈ, ਯੂਜੂਅਲੀ ਯੰਗ ਏਜ ਦੇ ਵਿੱਚ ਆਉਂਦੀ ਹੈ। ਜਿਹੜੀ 18 ਤੋਂ 25 ਸਾਲ ਦੀ ਉਮਰ ਹੈ ਉਹਦੇ ਵਿੱਚ ਜ਼ਿਆਦਾ ਕਾਮਨ ਆਉਂਦੇ ਹੈ, ਕਿਉਂਕਿ ਉਹਦੇ ਵਿੱਚ ਤੁਹਾਡੇ ਹਾਰਮੋਨਸ ਚੇਂਜ ਹੁੰਦੇ ਆ। ਜਿਵੇਂ ਜਿਵੇਂ ਹਾਰਮੋਨਸ ਠੀਕ ਹੋਣੇ ਸ਼ੁਰੂ ਹੋ ਜਾਂਦੇ 25 ਸਾਲ ਬਾਅਦ, ਉਵੇਂ ਪਿੰਪਲ ਘਟਣੇ ਸ਼ੁਰੂ ਹੋ ਜਾਂਦੇ। ਜਿਹੜੇ ਪਿੰਪਲ ਹੈ ਉਹ ਇੱਕ ਤਰ੍ਹਾਂ ਦੀ ਇਨਫੈਕਸ਼ਨ ਹੀ ਹੈ। ਜਿਨ੍ਹਾਂ ਦੀ ਬਹੁਤ ਜ਼ਿਆਦਾ ਆਇਲੀ ਸਕਿਨ ਹੈ, ਜਦੋਂ ਉਹਨਾਂ ਦੇ ਪੋਰਸ ਬੰਦ ਹੋ ਜਾਂਦੇ ਆ, ਅੰਦਰ ਬੈਕਟੀਰੀਆ ਗਰੋ ਕਰਨ ਲੱਗਦਾ ਅਤੇ ਜਿਸ ਕਰਕੇ ਪਿੰਪਲ ਬਣਦੇ ਆ। ਉਹਦਾ ਘਰ ਦੇ ਵਿੱਚ ਇਹ ਧਿਆਨ ਰੱਖਿਆ ਜਾ ਸਕਦਾ ਹੈ ਕਿ ਜੇ ਆਇਲੀ ਸਕਿਨ ਹੈ ਤਾਂ ਅੱਛਾ ਫੇਸ ਵਾਸ਼ ਯੂਜ਼ ਕਰੋ ਜਿਹੜਾ ਆਇਲ ਕੰਟਰੋਲ ਦੇ। ਉਹ ਯੂਜੂਅਲੀ ਸੈਲੀਸਿਲਿਕ ਐਸਿਡ ਵਾਲੇ ਫੇਸ ਵਾਸ਼ ਆਉਂਦੇ ਆ ਜਿਹੜਾ ਅੱਛਾ ਆਇਲ ਕੰਟਰੋਲ ਦਿੰਦੇ ਆ। ਬਹੁਤ ਸਾਰੇ ਪੇਸ਼ੈਂਟ ਫੇਸ 'ਤੇ ਦਹੀਂ ਲਗਾਇਆ, ਵੇਸਣ ਲਗਾਇਆ, ਦੁੱਧ ਲਗਾਇਆ। ਉਹਦੇ ਵਿੱਚ ਕੀ ਹੁੰਦਾ ਹੈਗਾ, ਉਹਨਾਂ ਦੇ ਵਿੱਚ ਕਾਫੀ ਸਾਰੀ ਚੀਜ਼ਾਂ, ਜਿਵੇਂ ਦਹੀਂ ਦੇ ਵਿੱਚ ਲੈਕਟਿਕ ਐਸਿਡ ਹੁੰਦਾ ਹੈਗਾ ਜੋ ਅਸੀਂ ਆਪਣੀ ਪੀਲਸ ਦੇ ਵਿੱਚ ਵੀ ਯੂਜ਼ ਕਰਦੇ ਹਾਂ। ਬਟ ਜਦੋਂ ਉਹ ਕਰਡ ਦੇ ਵਿੱਚ ਹੈ, ਦਹੀਂ ਦੇ ਵਿੱਚ ਹੈ, ਤਾਂ ਉਹਦੀ ਕੰਸਨਟ੍ਰੇਸ਼ਨ ਨਹੀਂ ਪਤਾ ਕਿੰਨਾ ਹੈ। ਕਈ ਵਾਰੀ ਉਹ ਜ਼ਿਆਦਾ ਘੱਟ ਵੱਧ ਹੋ ਗਿਆ ਤਾਂ ਉਹਦੇ ਨਾਲ ਹੋਰ ਪ੍ਰੋਬਲਮ ਸ਼ੁਰੂ ਹੋ ਜਾਂਦੀ। ਕਈ ਪੇਸ਼ੈਂਟ ਲੈਮਨ ਲਗਾਉਂਦੇ ਆ ਫੇਸ 'ਤੇ, ਜਿਹਦੇ ਸਿਟਰਸ ਐਸਿਡ ਹੁੰਦਾ ਹੈਗਾ, ਪਰ ਉਹਦੇ ਨਾਲ ਐਲਰਜੀ ਦੀਆਂ ਪ੍ਰੋਬਲਮਸ ਆ ਜਾਂਦੀਆਂ। ਨੈਚੁਰਲ ਤੁਹਾਨੂੰ ਸਿਰਫ ਇੰਨਾ ਕਰਨਾ ਚਾਹੀਦਾ ਹੈ, ਜੇ ਤੁਸੀਂ ਬਿਲਕੁਲ ਨੈਚੁਰਲ ਚਾਹੁੰਦੇ ਹੋ, ਜਿਹੜੇ ਫਿਜ਼ੀਕਲ ਸਨਸਕ੍ਰੀਨਸ ਹੈ ਉਹ ਨੈਚੁਰਲ ਹੈ, ਠੀਕ ਹੈ, ਉਹ ਮਿਨੀਮਮ ਚੀਜ਼ ਹੈ। ਜੇ ਤੁਸੀਂ ਬਾਹਰ ਜਾ ਰਹੇ ਹੋ, ਕਵਰ ਕਰਕੇ ਜਾਓ ਹਮੇਸ਼ਾ। ਜੇ ਤੁਸੀਂ ਹੈਟ ਪਾ ਸਕਦੇ ਹੋ, ਹੈਟ ਪਾਓ, ਫੇਸ ਕਵਰ ਕਰੋ, ਦੁਪੱਟਾ ਲਓ, ਫੁੱਲ ਸਲੀਵਸ ਦੇ ਕੱਪੜੇ ਪਾਓ ਧੁੱਪ ਤੋਂ ਬਚਣ ਲਈ, ਠੀਕ ਹੈ। ਮੇਕਅਪ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋਏ, ਸਪੈਸ਼ਲੀ ਫॉर ਫੀਮੇਲਸ, ਅਵੋਇਡ ਕਰੋ। ਐਟਲੀਸਟ ਥਿਕ ਮੇਕਅਪ ਨਹੀਂ ਅਪਲਾਈ ਕਰਨਾ ਜਿਹਨਾਂ ਤੁਹਾਡੇ ਪੋਰਸ ਬੰਦ ਹੋਣ ਅਤੇ ਬਾਅਦ 'ਚ ਪਿੰਪਲ ਦੀ ਪ੍ਰੋਬਲਮ ਆਏ। ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਆਪਣਾ ਪੂਰਾ ਮੇਕਅਪ ਰਿਮੂਵ ਕਰੋ ਅਤੇ ਉਸ ਤੋਂ ਬਾਅਦ ਤੁਸੀਂ ਕੋਈ ਬਹੁਤ ਹੀ ਅੱਛਾ ਮੋਇਸਚਰਾਈਜ਼ਰ ਯੂਜ਼ ਕਰੋ, ਹਾਈਲੂਰੋਨਿਕ ਐਸਿਡ ਬੇਸ, ਜੋ ਤੁਹਾਨੂੰ ਫੁੱਲ ਨਾਈਟ ਮੋਇਸਚਰਾਈਜੇਸ਼ਨ ਦੇ। ਖਾਣੇ ਦੇ ਵਿੱਚ ਜੋ ਸਭ ਤੋਂ ਜ਼ਰੂਰੀ ਹੈ ਸਾਡੇ ਲਈ ਉਹ ਹੈਗੇ ਐਂਟੀਆਕਸੀਡੈਂਟਸ। ਐਂਟੀਆਕਸੀਡੈਂਟਸ ਮੋਸਟਲੀ ਸਾਨੂੰ ਫਰੂਟਸ ਤੋਂ ਮਿਲਦੇ। ਵੈਸੇ ਨਿਊਟ੍ਰੀਸ਼ਨ ਦੇ ਵਿੱਚ ਤੁਹਾਨੂੰ ਵੈਲ ਬੈਲੈਂਸ ਡਾਈਟ ਚਾਹੀਦੀ ਹੈ, ਜਿਹਦੇ ਵਿੱਚ ਪ੍ਰੋਟੀਨ ਵੀ ਹੋਣੇ ਚਾਹੀਦੇ ਹੈ, ਕਾਰਬੋਹਾਈਡਰੇਟਸ ਵੀ ਹੋਣੇ ਚਾਹੀਦੇ ਹੈ ਅਤੇ ਫੈਟ ਵੀ ਹੋਣਾ ਚਾਹੀਦਾ ਹੈ, ਜਿਹਨੇ ਤੁਹਾਡੀ ਬੋਡੀ ਦੀ ਹੈਲਥ, ਤੁਹਾਡੀ ਸਕਿਨ ਦੀ ਹੈਲਥ ਦੋਨੋਂ ਮੇਨਟੇਨ ਕਰਕੇ ਰੱਖਣੀ ਹੈ। ਬਟ ਨਾਲ ਦੀ ਨਾਲ ਫਰੂਟਸ ਦੀ ਅਮਾਊਂਟ ਜ਼ਰੂਰੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਅੱਖਰ ਦੇ ਨਾਲ ਅਤੇ ਅੱਜ ਟੀਮ ਅੱਖਰ ਪਹੁੰਚੀ ਹੈ ਜਲੰਧਰ ਦੇ ਵਿੱਚ। ਅੱਜ ਸਮਝਾਂਗੇ ਕਿ ਸਕਿਨ ਦੀ ਕੇਅਰ ਕਿਵੇਂ ਕੀਤੀ ਜਾਵੇ, ਸਕਿਨ ਨਾਲ ਜੁੜੀਆਂ ਬਿਮਾਰੀਆਂ ਕੀ ਨੇ, ਜਾਂ ਫਿਰ ਅਸੀਂ ਘਰ ਦੇ ਵਿੱਚ ਇਹੋ ਜਿਹੇ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰੀਏ ਕਿ ਇੱਕ ਹੈਲਦੀ ਸਕਿਨ ਜਿਹੜੀ ਹੈ ਉਹ ਸਾਡੀ ਹੋ ਸਕੇ। ਕਿਉਂਕਿ ਸਕਿਨ ਤੋਂ ਸਾਡਾ ਪਹਿਲਾ ਪ੍ਰਭਾਵ ਪੈਂਦਾ ਸਾਡੀ ਹੈਲਥ ਦਾ, ਸਾਡੀ ਫਿਟਨੈਸ ਦਾ। ਸਾਰਾ ਕੁਝ ਸਮਝਣ ਦੇ ਲਈ ਅਸੀਂ ਪਹੁੰਚੇ ਹਾਂ। ਡਾਕਟਰ ਮਨਪ੍ਰੀਤ ਸਾਡੇ ਨਾਲ ਨੇ, ਸਪੈਸ਼ਲਿਸਟ ਨੇ ਇਸ ਚੀਜ਼ ਦੇ। ਮੈਮ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਮਨਪ੍ਰੀਤ ਹਾਂ। ਆਈ ਵਰਕ ਐਜ਼ ਅ ਕੰਸਲਟੈਂਟ ਡਰਮੇਟੋਲੋਜਿਸਟ, ਏਜੀ ਕਲੀਨਿਕਸ, ਜੋਸ਼ੀ ਹੌਸਪੀਟਲ ਦੇ ਵਿੱਚ। ਅੱਛਾ ਮੈਮ, ਸਕਿਨ ਨਾਲ ਜੁੜੀਆਂ ਪ੍ਰੋਬਲਮਸ ਬੜੀਆਂ ਆਮ ਹੁੰਦੀਆਂ ਜਾ ਰਹੀਆਂ ਨੇ। ਜੇਕਰ ਹੈਲਦੀ ਸਕਿਨ ਨੂੰ ਡਿਫਾਈਨ ਕਰਨਾ ਹੋਵੇ ਤਾਂ ਹੈਲਦੀ ਸਕਿਨ ਹੈ ਕੀ? ਬੇਸਿਕਲੀ ਜੇ ਆਪਾਂ ਹੈਲਦੀ ਸਕਿਨ ਦੀ ਗੱਲ ਕਰਦੇ ਹਾਂ, ਜਿਹੜੀ ਸਕਿਨ ਹੈ ਉਹ 3 ਪਾਰਟਸ ਦੇ ਵਿੱਚ ਡਿਵਾਈਡਡ ਹੁੰਦੀ ਹੈ। 3 ਲੇਅਰਸ ਹੁੰਦੀਆਂ ਸਕਿਨ ਦੀਆਂ। ਹਰ ਲੇਅਰ ਦੇ ਵਿੱਚ ਆਪਣੀ ਆਪਣੀ ਪ੍ਰੋਬਲਮ ਆ ਸਕਦੀ ਹੈ ਅਤੇ ਤੁਸੀਂ ਉਹਨੂੰ ਉਸ ਹਿਸਾਬ ਨਾਲ ਮੈਨੇਜ ਕਰਨਾ ਹੈ। ਜਿਹੜੀ ਹੈਲਦੀ ਸਕਿਨ ਹੈ ਉਹ ਇੰਟਰਨਲੀ ਗਲੋ ਕਰਦੀ ਹੈ, ਦੇਖਣ ਦੇ ਵਿੱਚ ਕੋਈ ਬਿਮਾਰੀ ਨਹੀਂ ਹੁੰਦੀ, ਸਾਫ਼ ਹੁੰਦੀ ਹੈ, ਹਾਈਡਰੇਟਡ ਹੁੰਦੀ ਹੈ, ਮਤਲਬ ਪਾਣੀ ਦਾ ਲੈਵਲ ਪ੍ਰੋਪਰ ਹੁੰਦਾ ਹੈ, ਡੀਹਾਈਡਰੇਟਡ ਨਹੀਂ ਹੁੰਦੀ। ਇਹ ਬੇਸਿਕਲੀ ਹਰ ਲੈਵਲ ਦੇ ਵਿੱਚ ਕੋਈ ਪਿਗਮੈਂਟੇਸ਼ਨ ਦੀ ਪ੍ਰੋਬਲਮ, ਕੋਈ ਪਿੰਪਲਸ ਦੀ ਪ੍ਰੋਬਲਮ, ਕੋਈ ਕਲਰ ਚੇਂਜਸ, ਇਹ ਸਾਰੇ ਜਿਹੜੇ ਹੈ ਇਹ ਪ੍ਰੋਬਲਮ ਸਕਿਨ ਦੇ ਵਿੱਚ ਆ ਸਕਦੀਆਂ। ਇਹ ਪ੍ਰੋਬਲਮ ਜਿਹੜੀਆਂ ਆਉਂਦੀਆਂ ਨੇ, ਇਹਨਾਂ ਦਾ ਖਾਸ ਵਜ੍ਹਾ ਕੀ ਰਹਿੰਦੀ ਹੈਗੀ? ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਪ੍ਰੋਪਰ ਸਕਿਨ ਕੇਅਰ ਰੂਟੀਨ ਫੋਲੋ ਕਰਨਾ। ਹੈਲਦੀ ਸਕਿਨ ਲਈ ਸਕਿਨ ਕੇਅਰ ਰੂਟੀਨ ਜਿੰਨਾ ਜ਼ਰੂਰੀ ਹੈ ਓਨਾ ਜ਼ਰੂਰੀ ਹੈ ਤੁਹਾਡੀ ਡਾਇਟ, ਤੁਹਾਡੀ ਐਕਸਰਸਾਈਜ਼। ਮੈਂ ਸਭ ਤੋਂ ਪਹਿਲਾਂ ਸਕਿਨ ਕੇਅਰ ਰੂਟੀਨ ਦੇ ਨਾਲ ਸ਼ੁਰੂ ਕਰਨਾ ਚਾਹੂੰਗੀ ਕਿ ਕੀ ਕਰਨਾ ਚਾਹੀਦਾ ਉਹਦੇ ਵਿੱਚ। ਸਭ ਤੋਂ ਜ਼ਰੂਰੀ ਹੈ, ਹਮੇਸ਼ਾ ਮੈਂ ਆਪਣੇ ਸਾਰੇ ਪੇਸ਼ੈਂਟਸ ਨੂੰ ਵੀ ਇਹ ਸਮਝਾਉਂਦੀ ਹਾਂ, ਸਭ ਤੋਂ ਜ਼ਰੂਰੀ ਹੈ ਸਨਸਕ੍ਰੀਨ ਯੂਜ਼ ਕਰਨਾ।
ਤੇ ਡੇਲੀ ਯੂਜ਼ ਕਰਨਾ ਤੇ ਪ੍ਰੋਪਰ ਤਰੀਕੇ ਨਾਲ ਯੂਜ਼ ਕਰਨਾ। ਹੁਣ ਸਨਸਕਰੀਨ ਜਿਹੜੇ ਉਹ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦੇ ਫਿਜ਼ੀਕਲ ਸਨਸਕਰੀਨ, ਇੱਕ ਹੁੰਦੇ ਕੈਮੀਕਲ ਸਨਸਕਰੀਨ। ਜਿਹੜੇ ਫਿਜ਼ੀਕਲ ਸਨਸਕਰੀਨ ਹੈ ਉਹਨਾਂ ਦਾ ਮਤਲਬ ਹੈ ਕਿ ਜਿਵੇਂ ਤੁਸੀਂ ਕੱਪੜੇ ਪਾਏ ਹੋਏ ਆ ਤਾਂ ਸਕਿਨ ਦੇ ਉੱਪਰ ਇੱਕ ਲੇਅਰ ਬਣਾ ਦਿੰਦੇ ਆ ਤੇ ਪ੍ਰੋਟੈਕਸ਼ਨ ਦਿੰਦੇ ਆ। ਜਿਹੜੇ ਕੈਮੀਕਲ ਸਨਸਕਰੀਨਸ ਹੈ ਉਹ ਸਕਿਨ ਨਾਲ ਰਿਐਕਟ ਕਰਦੇ ਆ ਤੇ ਸਕਿਨ ਨੂੰ ਧੁੱਪ ਤੋਂ ਬਚਾਉਂਦੇ ਆ। ਜ਼ਿਆਦਾਤਰ ਜਿਹੜੀਆਂ ਸਕਿਨ ਦੀਆਂ ਬਿਮਾਰੀਆਂ ਹੈ ਉਹ ਧੁੱਪ ਕਰਕੇ ਆਉਂਦੀਆਂ 50 to 60%। ਤੇ ਕਾਫੀ ਸਾਰੀਆਂ ਜਿਹੜੀਆਂ ਐਂਟੀ ਏਜਿੰਗ ਪ੍ਰੋਬਲਮਸ ਹੈ, ਜਿਵੇਂ ਰਿੰਕਲਸ ਦੀ ਪ੍ਰੋਬਲਮ ਹੈ, ਉਹ ਵੀ ਧੁੱਪ ਕਰਕੇ ਆਉਂਦੀ ਹੈ। ਤਾਂ ਧੁੱਪ ਤੋਂ ਬਚਣਾ ਬਹੁਤ ਜ਼ਰੂਰੀ ਹੈ। ਹੁਣ ਸਨਸਕਰੀਨ ਦੇ ਵਿੱਚ ਬੇਸਿਕਲੀ ਸਾਰਿਆਂ ਨੂੰ ਹੀ ਕਨਫਿਊਜ਼ਨ ਹੁੰਦੀ ਹੈ ਕਿਵੇਂ ਯੂਜ਼ ਕਰਨਾ ਹੈ, ਕਿੰਨੀ ਅਮਾਊਂਟ ਯੂਜ਼ ਕਰਨੀ ਹੈ, ਕਿਹੜਾ ਸਨਸਕਰੀਨ ਯੂਜ਼ ਕਰਨਾ ਹੈ। SPF ਸਭ ਤੋਂ ਪਹਿਲਾਂ ਹੁੰਦਾ ਹੈ ਕਿ ਉਹ ਕਿੰਨੀ ਪ੍ਰੋਟੈਕਸ਼ਨ ਤੁਹਾਨੂੰ ਦੇ ਰਿਹਾ ਹੈ। ਜੋ ਇੰਡੀਅਨ ਸਕਿਨ ਹੈ, ਜੋ ਸਾਡੀ ਸਕਿਨ ਹੈ, ਉਹਦੇ ਵਿੱਚ ਸਾਨੂੰ ਮਿਨੀਮਮ 15 ਚਾਹੀਦਾ ਹੈ। ਉਸ ਤੋਂ ਉੱਪਰ ਜੋ ਤੁਸੀਂ ਯੂਜ਼ ਕਰਦੇ ਹੋ ਤੁਹਾਨੂੰ ਐਡੀਸ਼ਨਲ ਪ੍ਰੋਟੈਕਸ਼ਨ ਦਿੰਦਾ ਹੈ। ਤੁਸੀਂ ਤੁਹਾਡੀ ਗੱਲ ਅੱਗੇ ਵੀ ਤੋਰਾਂਗੇ, ਲੇਕਿਨ ਡਾਕਟਰ ਹੀ ਨੇ ਜਿਹੜਾ ਸੁਝਾਅ ਦਿੰਦੇ ਨੇ ਕਿ ਰੋਜ਼ 10 ਤੋਂ 15 ਮਿੰਟ ਸਾਨੂੰ ਧੁੱਪ ਸੇਕਣੀ ਚਾਹੀਦੀ ਹੈ, ਕਿ ਉਹ ਚੀਜ਼ਾਂ ਜਿਹੜੀਆਂ ਸਕਿਨ ਤੇ ਅਸਰ ਪਾਉਂਦੀਆਂ ਨੇ, ਜਾਂ ਫਿਰ ਸਮਾਂ ਕਿਹੜਾ ਹੋਣਾ ਚਾਹੀਦਾ ਧੁੱਪ ਸੇਕਣ ਨੂੰ? ਬੇਸਿਕਲੀ ਕੀ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਸਨ ਐਕਸਪੋਜ਼ਰ ਹੈ, ਜਦੋਂ ਧੁੱਪ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੁੰਦਾ ਹੈਗਾ, ਉਹ 9 ਤੋਂ 12 ਦੇ ਵਿੱਚ ਹੈ। ਉਸ ਟਾਈਮ ਅਵੋਇਡ ਕਰਨਾ ਚਾਹੀਦਾ ਹੈਗਾ। ਜਿਹੜਾ ਤੁਸੀਂ ਸਨਸਕਰੀਨ ਵੀ ਲਗਾਉਂਦੇ ਹੋ ਉਹਨੇ ਤੁਹਾਨੂੰ 100% ਨਹੀਂ ਬਚਾਉਣਾ ਧੁੱਪ ਤੋਂ। ਉਹਨੇ ਸਿਰਫ ਤੁਹਾਨੂੰ ਵੱਧ ਤੋਂ ਵੱਧ 90-95% ਪ੍ਰੋਟੈਕਸ਼ਨ ਦੇਣੀ ਹੈ। ਧੁੱਪ ਦਾ ਸਿਰਫ ਇਹ ਯੋਗਦਾਨ ਹੈ ਕਿ ਉਹਨੇ ਸਾਡੀ ਬੋਡੀ 'ਚ ਵਿਟਾਮਿਨ ਡੀ ਬਣਾਉਣਾ ਹੈ, ਜੋ ਅਦਰਵਾਈਜ਼ ਵੀ ਜੇ ਆਪਾਂ ਸਾਰਿਆਂ 'ਚ ਕਰੀਏ ਸਭ 'ਚ ਕਮੀ ਆਉਂਦੀ ਹੀ ਹੈ। ਤਾਂ ਵਿਟਾਮਿਨ ਡੀ ਸਪਲੀਮੈਂਟਸ ਆਲਮੋਸਟ ਸਭ ਨੂੰ ਖਾਣੇ ਪੈਂਦੇ ਆ। ਬਟ ਸਨ ਐਕਸਪੋਜ਼ਰ ਜੇ ਤੁਸੀਂ ਸਿਰਫ 5 ਮਿੰਟ ਦਾ ਵੀ ਕਰਦੇ ਹੋ, ਉਹਦੇ ਵਿੱਚ ਤੁਹਾਡਾ ਪੂਰਾ ਦਿਨ ਦਾ ਵਿਟਾਮਿਨ ਡੀ ਪੂਰਾ ਹੋ ਜਾਂਦਾ। ਉਸ ਤੋਂ ਇਲਾਵਾ ਜਿਹੜਾ ਸਨ ਐਕਸਪੋਜ਼ਰ ਹੈ ਉਹਦੀ ਜ਼ਰੂਰਤ ਨਹੀਂ ਹੈ, ਉਹ ਅਨਨੈਸੈਸਰੀ ਹੈ, ਉਹਦੀ ਜ਼ਰੂਰਤ ਹੀ ਨਹੀਂ ਹੈ। ਤਾਂ ਇਸ ਕਰਕੇ ਜੇ ਚਮੜੀ ਦੇ ਰੋਗਾਂ ਤੋਂ ਬਚਣਾ ਹੈ ਤਾਂ ਸਨ ਤੋਂ ਬਚਣਾ ਜ਼ਰੂਰੀ ਹੈ, ਧੁੱਪ ਤੋਂ ਬਚਣਾ ਜ਼ਰੂਰੀ ਹੈ। ਆਪਾਂ ਰੋਗਾਂ ਬਾਰੇ ਵੀ ਗੱਲ ਕਰਾਂਗੇ ਵੀ ਕਿਹੜੇ ਆਮ ਨੇ, ਲੇਕਿਨ ਇੱਕ ਤੁਸੀਂ ਗੱਲ ਕੀਤੀ ਕਿ ਸਨਸਕਰੀਨ ਲਗਾਉਣੀ ਚਾਹੀਦੀ ਹੈ, ਇੱਕ ਤੁਸੀਂ ਡਾਈਟ ਦੀ ਗੱਲ ਕੀਤੀ ਸੀਗੀ ਕਿ ਅਸੀਂ ਕੀ ਇਹੋ ਜਿਹਾ ਖਾਈਏ ਜਾਂ ਸਾਡਾ ਸ਼ਡਿਊਲ ਦੇ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਨੇ ਕਿ ਸਾਡੀ ਸਕਿਨ ਚੰਗੀ ਰਹੇ। ਸਕਿਨ ਚੰਗੀ ਰਹੇ। ਦੇਖੋ, ਪਹਿਲੀ ਚੀਜ਼ ਤਾਂ ਸਨਸਕਰੀਨ 'ਤੇ ਮੈਂ ਇੱਕ ਵਾਰ ਫਿਰ ਦੁਬਾਰਾ ਵਾਪਸ ਆਉਂਦੀ ਹਾਂ ਕਿ ਸਨਸਕਰੀਨ ਕਿੰਨਾ ਯੂਜ਼ ਕਰਨਾ ਹੈ। ਉਹਦੇ ਵਾਸਤੇ ਇੱਕ ਰੂਲ ਹੁੰਦਾ ਹੈਗਾ ਅਕੋਰਡਿੰਗ ਟੂ ਚਮਚ, ਟੇਬਲ ਸਪੂਨ ਦੇ ਅਕੋਰਡਿੰਗ, ਕਿਉਂਕਿ ਮੋਸਟਲੀ ਪੇਸ਼ੈਂਟ ਥੋੜ੍ਹਾ ਘੱਟ ਲਗਾਉਂਦੇ ਆ। ਕਿੰਨਾ ਲਗਾਉਣਾ ਹੈ? 1 ਚਮਚ ਪੂਰਾ ਤੁਹਾਡੇ ਫੇਸ ਤੇ ਨੈਕ ਲਈ, ਉਸ ਤੋਂ ਘੱਟ ਜਿਹੜਾ ਧੁੱਪ ਤੋਂ ਨਹੀਂ ਬਚਾਏਗਾ। 1 ਚਮਚ ਜੇ ਤੁਸੀਂ ਆਰਮਸ ਐਕਸਪੋਜ਼ਡ ਹੈ, ਬਾਹਾਂ ਲਈ, 2-2 ਚਮਚ ਲੈਗਸ ਲਈ। ਤਾਂ ਇੰਨਾ ਜ਼ਰੂਰੀ ਹੈ ਸਨਸਕਰੀਨ ਯੂਜ਼ ਕਰਨਾ। ਅਤੇ ਜੇ ਆਪਾਂ ਖਾਣੇ 'ਤੇ ਆਉਂਦੇ ਹਾਂ, ਖਾਣੇ ਦੇ ਵਿੱਚ ਜੋ ਸਭ ਤੋਂ ਜ਼ਰੂਰੀ ਹੈ ਸਾਡੇ ਲਈ ਉਹ ਹੈਗੇ ਐਂਟੀਆਕਸੀਡੈਂਟਸ। ਐਂਟੀਆਕਸੀਡੈਂਟਸ ਮੋਸਟਲੀ ਸਾਨੂੰ ਫਰੂਟਸ ਤੋਂ ਮਿਲਦੇ। ਵੈਸੇ ਨਿਊਟ੍ਰੀਸ਼ਨ ਦੇ ਵਿੱਚ ਤੁਹਾਨੂੰ ਵੈਲ ਬੈਲੈਂਸ ਡਾਈਟ ਚਾਹੀਦੀ ਹੈ, ਜਿਹਦੇ ਵਿੱਚ ਪ੍ਰੋਟੀਨ ਵੀ ਹੋਣੇ ਚਾਹੀਦੇ ਹੈ, ਕਾਰਬੋਹਾਈਡਰੇਟਸ ਵੀ ਹੋਣੇ ਚਾਹੀਦੇ ਹੈ ਅਤੇ ਫੈਟ ਵੀ ਹੋਣਾ ਚਾਹੀਦਾ ਹੈ, ਜਿਹਨੇ ਤੁਹਾਡੀ ਬੋਡੀ ਦੀ ਹੈਲਥ, ਤੁਹਾਡੀ ਸਕਿਨ ਦੀ ਹੈਲਥ ਦੋਨੋਂ ਮੇਨਟੇਨ ਕਰਕੇ ਰੱਖਣੀ ਹੈ। ਪਰ ਨਾਲ ਦੀ ਨਾਲ ਫਰੂਟਸ ਦੀ ਅਮਾਊਂਟ ਜ਼ਰੂਰੀ ਹੈ, ਕਿਉਂਕਿ ਫਰੂਟਸ ਨੇ ਮਾਈਕਰੋ ਨਿਊਟਰੀਐਂਟਸ ਦੇ ਨੇ, ਐਂਟੀਆਕਸੀਡੈਂਟਸ ਦੇ ਨੇ। ਜਿਹੜੇ ਐਂਟੀਆਕਸੀਡੈਂਟਸ ਹੈ ਉਹ ਵੀ ਧੁੱਪ ਤੋਂ ਬਚਾਉਂਦੇ ਹੈ ਅਤੇ ਉਹ ਵੀ ਐਂਟੀ ਏਜਿੰਗ ਹੁੰਦੇ। ਅਤੇ ਇਸ ਕਰਕੇ ਸਾਰਿਆਂ ਦਾ ਪਰਫੈਕਟ ਪ੍ਰਪੋਰਸ਼ਨ ਚਾਹੀਦਾ। ਕੋਈ ਇੱਕ ਪਰਟੀਕੂਲਰ ਫੂਡ ਨਹੀਂ ਹੈ ਜਿਹੜਾ ਪ੍ਰੋਟੈਕਟ ਕਰੇਗਾ। ਵੈਲ ਬੈਲੈਂਸ ਡਾਈਟ ਚਾਹੀਦੀ ਹੈ ਵਿਦ ਐਡੀਸ਼ਨ ਆਫ ਫਰੂਟਸ ਚਾਹੀਦੇ ਹੈ, ਨਟਸ ਚਾਹੀਦੇ ਹੈ, ਜੋ ਤੁਸੀਂ ਰੈਗੂਲਰਲੀ ਆਪਣੀ ਡਾਈਟ 'ਚ ਇਨਕਲੂਡ ਕਰੋ। ਪਾਣੀ ਦੀ ਕੀ ਭੂਮਿਕਾ ਸਮਝਦੇ ਹੋ? ਜਿਹੜਾ ਅਸੀਂ ਪਾਣੀ ਪੀਂਦੇ ਹਾਂ, ਕੀ ਉਹ ਸਕਿਨ ਦੇ ਪ੍ਰਭਾਵ ਪਾਉਂਦਾ ਹੈ? ਬਿਲਕੁਲ ਬਿਲਕੁਲ। ਤੁਹਾਨੂੰ ਐਟਲੀਸਟ ਜੇ ਤੁਸੀਂ ਮੰਨ ਕੇ ਚੱਲੋ ਤਾਂ 2-2.5 ਲੀਟਰ ਪਾਣੀ ਦਿਨ ਦਾ ਪੀਣਾ ਚਾਹੀਦਾ ਅਤੇ ਪ੍ਰੋਪਰਲੀ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਐਕਸਰਸਾਈਜ਼ ਦੇ ਨਾਲ ਤੁਹਾਡਾ ਨਿਊਟ੍ਰੀਸ਼ਨ ਵੀ ਯੂਜ਼ ਹੋਏਗਾ, ਜਿਹੜਾ ਤੁਸੀਂ ਖਾ ਰਹੇ ਹੋ ਉਹ ਯੂਜ਼ ਵੀ ਹੋਏਗਾ ਅਤੇ ਪਾਣੀ ਦੀ ਵੀ ਜ਼ਿਆਦਾ ਵਰਤੋਂ ਹੋਏਗੀ। ਤਾਂ ਦੋਨੋਂ ਚੀਜ਼ਾਂ ਹੀ ਜ਼ਰੂਰੀ ਹੈ, ਐਕਸਰਸਾਈਜ਼ ਵੀ ਅਤੇ ਨਾਲ ਡਾਇਟ ਵੀ ਪ੍ਰੋਪਰ, ਤਾਂ ਕਿ ਉਹ ਸਭ ਯੂਜ਼ ਵੀ ਹੋਏ ਬੋਡੀ ਦੇ ਵਿੱਚ। ਇਹ ਸਾਰੀਆਂ ਤੁਸੀਂ ਜਿਹੜੀਆਂ ਹੁਣ ਤੱਕ ਗੱਲਾਂ ਦੱਸੀਆਂ ਮੇਲ ਅਤੇ ਫੀਮੇਲ ਦੇ ਲਈ ਸੇਮ ਨੇ ਜਾਂ ਫਿਰ ਦੋਨਾਂ ਦੇ ਇਹਤਿਆਤ ਵੱਖੋ ਵੱਖਰੇ? ਜਿਹੜਾ ਸਕਿਨ ਕੇਅਰ ਰੂਟੀਨ ਹੈ ਉਹਦੇ 'ਚ ਥੋੜ੍ਹਾ ਡਿਫਰੈਂਸ ਹੈ ਮੇਲ ਫੀਮੇਲ ਦੇ ਵਿੱਚ, ਸਕਿਨ ਟਾਈਪ ਦੇ ਅਕੋਰਡਿੰਗ, ਕਿ ਤੁਹਾਡੀ ਬਹੁਤ ਜ਼ਿਆਦਾ ਰੁੱਖੀ ਸਕਿਨ ਹੈ, ਡਰਾਈ ਸਕਿਨ ਹੈ, ਬਹੁਤ ਜ਼ਿਆਦਾ ਓਇਲੀ ਸਕਿਨ ਹੈ, ਜਾਂ ਕੋਂਬੀਨੇਸ਼ਨ ਹੈ, ਦੋਨੋਂ ਹੈ, ਡਰਾਈ ਅਤੇ ਓਇਲੀ ਹੈ। ਬਟ ਜੇ ਆਪਾਂ ਧੁੱਪ ਤੋਂ ਬਚਾਓ ਦੀ ਗੱਲ ਕਰਦੇ ਹਾਂ, ਡਾਇਟ ਦੀ ਗੱਲ ਕਰਦੇ ਹਾਂ, ਐਕਸਰਸਾਈਜ਼ ਦੀ ਗੱਲ ਕਰਦੇ ਹਾਂ, ਨਿਊਟ੍ਰੀਸ਼ਨ ਦੀ ਗੱਲ ਕਰਦੇ ਹਾਂ, ਆਲਮੋਸਟ ਸੇਮ ਹੈ ਮੇਲ ਫੀਮੇਲਸ ਦੇ ਵਿੱਚ, ਸੇਮ ਰਹੇਗਾ। ਅੱਗੇ ਵੱਧਦੇ ਹਾਂ। ਤੁਸੀਂ ਰੋਗਾਂ ਦੀ ਗੱਲ ਕੀਤੀ, ਕਿਹੜੇ ਜਿਹੜੇ ਆਮ ਤੌਰ 'ਤੇ ਹੀ ਰੋਗ ਨੇ ਜਿਹੜੇ ਤੁਹਾਡੇ ਕੋਲ ਪੇਸ਼ੈਂਟਸ ਵੱਧ ਆਉਂਦੇ, ਜਾਂ ਤੁਸੀਂ ਇਹੋ ਜਿਹਾ ਸੁਝਾਅ ਦਿੰਦੇ ਹੋਵੋ ਕਿ ਭਾਈ ਤੁਸੀਂ ਆਪਣਾ ਘਰੇ ਹੀ ਇਹਦਾ ਇਲਾਜ ਕਰ ਸਕਦੇ ਹੋ?
ਜੋ ਰੋਗ ਹਨ, ਰੋਗ 3 ਤਰ੍ਹਾਂ ਦੇ ਅਸੀਂ ਡੀਲ ਕਰਦੇ ਹਾਂ। ਪਹਿਲੀ ਤਾਂ ਚਮੜੀ ਦੀਆਂ ਪ੍ਰੋਬਲਮ, ਦੂਜੀਆਂ ਹੈਗੀਆਂ ਵਾਲਾਂ ਦੀਆਂ ਪ੍ਰੋਬਲਮ, ਤੇ ਤੀਜੀ ਹੈਗੀ ਐਂਟੀ ਏਜਿੰਗ ਟਰੀਟਮੈਂਟ। ਜਿਹੜਾ ਸਭ ਤੋਂ ਪਹਿਲਾਂ ਜੇ ਆਪਾਂ ਚਮੜੀ ਦੇ ਰੋਗਾਂ ਤੋਂ ਗੱਲ ਕਰੀਏ ਤਾਂ ਹਰ ਤਰ੍ਹਾਂ ਦੇ ਪੇਸ਼ੈਂਟ ਆਉਂਦੇ, ਜਿਹ 'ਚ ਸੋਰਾਇਸਿਸ ਹੈ, ਪੈਮਫਿਗਸ ਹੈ, ਕਲਰ ਚੇਂਜਸ ਹੈ, ਜਿਹ 'ਚ ਰੰਗ ਦਾ ਬਦਲਾਵ ਹੁੰਦਾ, ਜਿਵੇਂ ਵਿਟਿਲੀਗੋ ਹੈ ਜਾਂ ਫੁਲਵੈਰੀ ਹੈ, ਜਾਂ ਬਲੈਮਿਸ਼ਿਸ ਹੈ, ਮਿਲਾਜ਼ਮਾ ਹੈ, ਪਿੰਪਲ ਦੀ ਪ੍ਰੋਬਲਮ ਹੈ, ਜਾਂ ਬੱਚਿਆਂ ਦੇ ਰੋਗ ਹੈ। ਬੱਚਿਆਂ ਦੇ ਵਿੱਚ ਹਾਂਜੀ ਟੈਨਿੰਗ ਦੀ ਪ੍ਰੋਬਲਮ ਹੈ, ਉਹ ਸਾਰੀ ਪਿਗਮੈਂਟੇਸ਼ਨ ਦੇ ਵਿੱਚ ਆਉਂਦੀਆਂ ਹੈਗੀਆਂ ਕਿ ਜਿਹ 'ਚ ਕਲਰ ਚੇਂਜ ਆ ਰਿਹਾ ਜਾਂ ਬਿਲਕੁਲ ਵਾਈਟ ਹੋ ਰਿਹਾ ਜਿਵੇਂ ਵਿਟਿਲੀਗੋ 'ਚ ਹੁੰਦਾ ਹੈ, ਫੁਲਵੈਰੀ 'ਚ ਹੁੰਦਾ ਹੈ, ਜਾਂ ਕਾਲਾ ਹੋ ਰਿਹਾ ਜਿਵੇਂ ਬਲੈਮਿਸ਼ਿਸ 'ਚ, ਮਿਲਾਜ਼ਮਾ 'ਚ ਹੁੰਦਾ ਹੈ, LPP 'ਚ ਹੁੰਦਾ ਹੈ। ਬੱਚਿਆਂ ਦੇ ਡਿਜ਼ੀਜ਼ਸ ਹੈ, ਜੈਨੇਟਿਕ ਡਿਜ਼ੀਜ਼ਸ ਆਉਂਦੇ ਹੈ, ਹਰ ਤਰ੍ਹਾਂ ਦੇ ਐਗਜ਼ੀਮਾ ਆਉਂਦੇ ਹੈ, ਸਕਿਨ ਦੀਆਂ ਐਲਰਜੀਜ਼ ਆਉਂਦੀਆਂ ਹੈ, ਸਕਿਨ ਕੈਂਸਰ ਆਉਂਦੇ ਹੈ, ਇਨਫੈਕਸ਼ਨਸ ਆਉਂਦੀਆਂ ਜਿਹ 'ਚ ਬੈਕਟੀਰੀਅਲ ਆਉਂਦੀਆਂ, ਫੰਗਲ ਇਨਫੈਕਸ਼ਨ ਜੋ ਕਿ ਬਹੁਤ ਕਾਮਨ ਹੈ। ਠੀਕ ਹੈ, ਉਸ ਤੋਂ ਇਲਾਵਾ ਇਹਦੇ ਵਿੱਚ HIV ਆਉਂਦਾ ਹੈ, STDs ਆਉਂਦੇ ਹੈ, ਜਿਹੜੇ ਸੈਕਸ਼ੂਅਲ ਡਿਜ਼ੀਜ਼ਸ ਹੈ, ਸੈਕਸ਼ੂਅਲ ਹੈਲਥ ਆਉਂਦੀ ਹੈ। ਅਤੇ ਸੈਕਿੰਡ ਚੀਜ਼ ਅਸੀਂ ਵਾਲਾਂ 'ਤੇ ਆਉਂਦੇ ਹਾਂ, ਹਰ ਤਰ੍ਹਾਂ ਦਾ ਹੈਅਰ ਫੋਲ ਆਉਂਦਾ ਫੀਮੇਲਸ ਦੇ ਵਿੱਚ, ਮੇਲਸ ਦੇ ਵਿੱਚ। ਮੇਲਸ ਦਾ ਗੰਜਾਪਨ ਆਉਂਦਾ ਜਿਹਨੂੰ ਐਂਡਰੋਜੈਨੇਟਿਕ ਐਲੋਪੇਸ਼ੀਆ ਕਹਿੰਦੇ ਆ। ਹਰ ਤਰ੍ਹਾਂ ਦੇ ਕਾਰਨ ਆਉਂਦੇ ਆ ਵਾਲਾਂ ਦਾ, ਹੈਅਰ ਫੋਲ ਦੇ ਬਹੁਤ ਸਾਰੇ ਕਾਰਨ ਹੈ, 10-15 ਤਰ੍ਹਾਂ ਦੇ ਕਾਰਨ ਹੈ। ਉਹ ਸਾਰਿਆਂ ਨਾਲ ਅਸੀਂ ਡੀਲ ਕਰਦੇ ਹਾਂ, ਉਹਦੇ ਟਰੀਟਮੈਂਟਸ ਦੇ ਵਿੱਚ ਵੀ ਡੀਲ, ਹੈਅਰ ਟ੍ਰਾਂਸਪਲਾਂਟ ਦੇ ਵਿੱਚ, ਸਰਜਰੀਜ਼ ਦੇ ਵਿੱਚ ਵੀ ਡੀਲ ਵਿਦ ਦੈਮ। ਵਾਲਾਂ ਬਾਰੇ ਵੀ ਆਪਾਂ ਗੱਲ ਕਰਾਂਗੇ, ਇੱਕ ਵੱਖਰੇ ਸ਼ੋਅ 'ਚ ਕਰਾਂਗੇ, ਲੇਕਿਨ ਹੁਣ ਆਪਾਂ ਸਕਿਨ ਬਾਰੇ ਤੁਸੀਂ ਗੱਲ ਕਰ ਰਹੇ ਸੀਗੇ, ਜਿਵੇਂ ਪਿੰਪਲ ਦੀ ਆਮ ਪ੍ਰੋਬਲਮ ਹੈ, ਚਮੜੀ ਦਾ ਕਲਰ ਬਦਲਣਾ ਇਹ ਆਮ ਪ੍ਰੋਬਲਮ ਹੈ। ਕੀ ਇਹ ਉਮਰ ਦੇ ਲਿਹਾਜ਼ ਨਾਲ ਹੁੰਦੀਆਂ ਹੈ ਜਾਂ ਫਿਰ ਸਾਡੀ ਕੋਈ ਇਹੋ ਜਿਹੀ ਅਸੀਂ ਡਾਈਟ ਵਾਈਜ਼ ਕੁਝ ਗਲਤ ਖਾ ਲੈਂਦੇ ਹਾਂ ਜਾਂ ਸਾਡੇ ਵੱਲੋਂ ਕੁਝ ਇਹੋ ਜਿਹਾ ਹੋ ਜਾਂਦਾ ਉਹਦੇ ਕਰਕੇ? ਜਿਹੜੀ ਅਗਰ ਸਿਰਫ ਆਪਾਂ ਪਿੰਪਲ ਤੋਂ ਸ਼ੁਰੂ ਕਰਦੇ ਹਾਂ ਤਾਂ ਪਿੰਪਲ ਦੀ ਪ੍ਰੋਬਲਮ ਏਜ ਦੇ ਨਾਲ ਆਉਂਦੀ ਹੈ, ਯੂਜੂਅਲੀ ਯੰਗ ਏਜ ਦੇ ਵਿੱਚ ਆਉਂਦੀ ਹੈ। ਜਿਹੜੀ 18 ਤੋਂ 25 ਸਾਲ ਦੀ ਉਮਰ ਹੈ ਉਹਦੇ ਵਿੱਚ ਜ਼ਿਆਦਾ ਕਾਮਨ ਆਉਂਦੇ ਆ, ਕਿਉਂਕਿ ਉਹਦੇ ਵਿੱਚ ਤੁਹਾਡੇ ਹਾਰਮੋਨਸ ਚੇਂਜ ਹੁੰਦੇ ਆ। ਜਿਵੇਂ ਜਿਵੇਂ ਹਾਰਮੋਨਸ ਠੀਕ ਹੋਣੇ ਸ਼ੁਰੂ ਹੋ ਜਾਂਦੇ 25 ਸਾਲ ਬਾਅਦ, ਉਵੇਂ ਪਿੰਪਲ ਘਟਣੇ ਸ਼ੁਰੂ ਹੋ ਜਾਂਦੇ। ਡਾਇਟ ਦੇ ਵਿੱਚ ਜਿਹੜੇ ਪਿੰਪਲਸ ਹੈ ਉਹ ਬਹੁਤ ਜ਼ਿਆਦਾ ਮਿੱਠਾ ਖਾਣ ਨਾਲ ਰਿਲੇਟਡ ਹੈ, ਬਹੁਤ ਜ਼ਿਆਦਾ ਜੰਕ ਫੂਡ ਖਾਣ ਨਾਲ, ਆਇਲੀ ਖਾਣਾ ਖਾਣ ਨਾਲ, ਬਹੁਤ ਜ਼ਿਆਦਾ ਡੇਅਰੀ ਪ੍ਰੋਡਕਟਸ ਨਾਲ। ਜੇ ਤੁਸੀਂ ਬਹੁਤ ਜ਼ਿਆਦਾ ਦੁੱਧ ਵਗੈਰਾ ਇੰਕਲੂਡ ਕਰ ਰਹੇ ਹੋ, ਕਈਆਂ ਨੂੰ ਉਸ ਚੀਜ਼ ਨਾਲ ਪਿੰਪਲ ਆਉਂਦੇ ਆ, ਸਾਰਿਆਂ ਦੇ ਵਿੱਚ ਨਹੀਂ, ਬਟ ਮੋਸਟਲੀ ਇੰਟਰਨਲ ਪ੍ਰੋਬਲਮ ਹੈ। ਜਿਹੜੇ ਪਿੰਪਲ ਹੈ ਉਹ ਇੱਕ ਤਰ੍ਹਾਂ ਦੀ ਇਨਫੈਕਸ਼ਨ ਹੀ ਹੈ। ਜਿਨ੍ਹਾਂ ਦੀ ਬਹੁਤ ਜ਼ਿਆਦਾ ਆਇਲੀ ਸਕਿਨ ਹੈ, ਜਦੋਂ ਉਹਨਾਂ ਦੇ ਪੋਰਸ ਬੰਦ ਹੋ ਜਾਂਦੇ ਆ, ਅੰਦਰ ਬੈਕਟੀਰੀਆ ਗਰੋ ਕਰਨ ਲੱਗਦਾ ਅਤੇ ਜਿਸ ਕਰਕੇ ਪਿੰਪਲ ਬਣਦੇ ਹੈ। ਉਹਦਾ ਘਰ ਦੇ ਵਿੱਚ ਇਹ ਧਿਆਨ ਰੱਖਿਆ ਜਾ ਸਕਦਾ ਹੈ ਕਿ ਜੇ ਆਇਲੀ ਸਕਿਨ ਹੈ ਤਾਂ ਅੱਛਾ ਫੇਸ ਵਾਸ਼ ਯੂਜ਼ ਕਰੋ ਜਿਹੜਾ ਆਇਲ ਕੰਟਰੋਲ ਦੇ। ਉਹ ਯੂਜੂਅਲੀ ਸੈਲੀਸਿਲਿਕ ਐਸਿਡ ਵਾਲੇ ਫੇਸ ਵਾਸ਼ ਆਉਂਦੇ ਆ ਜਿਹੜਾ ਅੱਛਾ ਆਇਲ ਕੰਟਰੋਲ ਦਿੰਦੇ ਆ। ਅਤੇ ਜੇ ਤੁਹਾਡੇ ਘਰ ਪਿੰਪਲ ਹੈਗੇ ਹੈ ਤਾਂ ਉਹਨਾਂ ਨੂੰ ਦਬਾਉਣਾ ਨਹੀਂ ਹੈ, ਪ੍ਰੈਸ ਨਹੀਂ ਕਰਨਾ, ਭੰਨਣਾ ਨਹੀਂ ਹੈ। ਬੇਸਿਕਲੀ ਉਹ ਇਨਫੈਕਸ਼ਨ ਹੈ, ਜਦੋਂ ਪ੍ਰੈਸ ਕਰੋਗੇ ਨੀਚੋਂ ਹੋਰ ਵਧੇਗੀ, ਸਪਰੈਡ ਕਰੇਗੀ, ਜੋ ਕਾਮਨਲੀ ਪੇਸ਼ੈਂਟਸ ਕਰਦੇ ਆ। ਉਹਨੂੰ ਛਿੱਲਣਾ ਨਹੀਂ ਹੈ। ਜਿਹੜੇ ਪਿੰਪਲ ਹੈ ਉਦੋਂ ਤੱਕ ਨਿਸ਼ਾਨ ਨਹੀਂ ਛੱਡਦੇ ਜੋ ਤੁਸੀਂ ਬਹੁਤ ਜ਼ਿਆਦਾ ਛੇੜਖਾਨੀ ਨਹੀਂ ਕਰਦੇ, ਛਿੱਲਦੇ ਨਹੀਂ ਆਪਣੇ ਆਪ। ਅਤੇ ਟਾਈਮ ਨਾਲ ਪਿੰਪਲ ਦਾ ਟਰੀਟਮੈਂਟ ਲੈਣਾ ਜ਼ਰੂਰੀ ਹੈ, ਕਿਉਂਕਿ ਜੇ ਪਿੰਪਲਸ ਵੱਧਦੇ ਰਹਿੰਦੇ ਆ ਤਾਂ ਉਹਨਾਂ ਦੇ ਖੱਡੇ ਪੈਣੇ ਸ਼ੁਰੂ ਹੋ ਜਾਂਦੇ, ਸਕਾਰਸ ਪੈਣੇ ਸ਼ੁਰੂ ਹੋ ਜਾਂਦੇ ਆ, ਜਿਨ੍ਹਾਂ ਦਾ ਟਰੀਟਮੈਂਟ ਮੁਸ਼ਕਿਲ ਹੈ ਅਤੇ ਮਹਿੰਗਾ ਹੈ। ਪਿੰਪਲ ਦਾ ਟਰੀਟਮੈਂਟ ਕਰਨਾ ਆਸਾਨ ਹੈ, ਤਾਂ ਇਸ ਲਈ ਜ਼ਰੂਰੀ ਹੈ ਕਿ ਟਾਈਮ ਨਾਲ ਟਰੀਟਮੈਂਟ ਸ਼ੁਰੂ ਕੀਤਾ ਜਾਏ ਉਹਦਾ। ਜਿਵੇਂ ਤੁਸੀਂ ਸਨਸਕਰੀਨ ਦੀ ਗੱਲ ਕੀਤੀ ਸੀ ਸ਼ੁਰੂਆਤ ਦੇ ਵਿੱਚ, ਆਪਾਂ ਡਾਈਟ ਦੀ ਵੀ ਗੱਲ ਕੀਤੀ, ਕਿ ਕੋਈ ਇਹੋ ਜਿਹੀ ਨੈਚੁਰਲ ਚੀਜ਼ਾਂ ਵੀ ਨੇ, ਕੋਈ ਨੈਚੁਰਲ ਡਾਈਟ ਵੀ ਹੈ ਜਾਂ ਫਿਰ ਨੈਚੁਰਲ ਇਹੋ ਜਿਹੀ ਚੀਜ਼ ਲਾਉਣ ਵਾਲੀ ਜਿਹੜੀ ਕਿ ਬਾਹਰੋਂ ਬਣਾਵਟੀ ਨਾ ਹੋਵੇ ਜਾਂ ਕੁਦਰਤੀ ਤੌਰ 'ਤੇ ਸਾਨੂੰ ਬਖਸ਼ਿਸ਼ ਹੋਵੇ, ਜਿਵੇਂ ਫਲ ਫਰੂਟ ਵਗੈਰਾ ਤੁਸੀਂ ਦੱਸੀਆਂ ਸੀਗੀਆਂ। ਕੋਈ ਨੈਚੁਰਲ ਚੀਜ਼ ਵੀ ਲਾਉਣ ਵਾਲੀ ਹੈਗੀ ਕਿ ਜਿਵੇਂ ਫੇਸ ਵਾਸ਼ ਵਗੈਰਾ ਕੋਈ ਨੈਚੁਰਲ ਵੀ ਨੇ? ਦੇਖੋ, ਜਿਹੜੇ ਨੈਚੁਰਲ ਪ੍ਰੋਡਕਟ ਹੈ ਉਹਦੇ ਵਿੱਚ ਇਹ ਹੈ ਕਿ ਬਹੁਤ ਸਾਰੇ ਪੇਸ਼ੈਂਟ ਫੇਸ 'ਤੇ ਦਹੀਂ ਲਗਾਇਆ, ਵੇਸਣ ਲਗਾਇਆ, ਦੁੱਧ ਲਗਾਇਆ। ਉਹਦੇ ਵਿੱਚ ਕੀ ਹੁੰਦਾ ਹੈਗਾ, ਉਹਨਾਂ ਦੇ ਵਿੱਚ ਕਾਫੀ ਸਾਰੀ ਚੀਜ਼ਾਂ, ਜਿਵੇਂ ਦਹੀਂ ਦੇ ਵਿੱਚ ਲੈਕਟਿਕ ਐਸਿਡ ਹੁੰਦਾ ਹੈਗਾ ਜੋ ਅਸੀਂ ਆਪਣੀ ਪੀਲਸ ਦੇ ਵਿੱਚ ਵੀ ਯੂਜ਼ ਕਰਦੇ ਹਾਂ। ਬਟ ਜਦੋਂ ਉਹ ਕਰਡ ਦੇ ਵਿੱਚ ਹੈ, ਦਹੀਂ ਦੇ ਵਿੱਚ ਹੈ, ਤਾਂ ਉਹਦੀ ਕੰਸਨਟ੍ਰੇਸ਼ਨ ਨਹੀਂ ਪਤਾ ਕਿੰਨਾ ਹੈ। ਕਈ ਵਾਰੀ ਉਹ ਜ਼ਿਆਦਾ ਘੱਟ ਵੱਧ ਹੋ ਗਿਆ ਤਾਂ ਉਹਦੇ ਨਾਲ ਹੋਰ ਪ੍ਰੋਬਲਮ ਸ਼ੁਰੂ ਹੋ ਜਾਂਦੀ। ਕਈ ਪੇਸ਼ੈਂਟ ਲੈਮਨ ਲਗਾਉਂਦੇ ਆ ਫੇਸ 'ਤੇ, ਜਿਹ 'ਚ ਸਿਟਰਸ ਐਸਿਡ ਹੁੰਦਾ ਹੈਗਾ, ਪਰ ਉਹਦੇ ਨਾਲ ਐਲਰਜੀ ਦੀਆਂ ਪ੍ਰੋਬਲਮਸ ਆ ਜਾਂਦੀਆਂ। ਨੈਚੁਰਲ ਤੁਹਾਨੂੰ ਸਿਰਫ ਇੰਨਾ ਕਰਨਾ ਚਾਹੀਦਾ ਹੈ, ਜੇ ਤੁਸੀਂ ਬਿਲਕੁਲ ਨੈਚੁਰਲ ਚਾਹੁੰਦੇ ਹੋ, ਜਿਹੜੇ ਫਿਜ਼ੀਕਲ ਸਨਸਕਰੀਨਸ ਹੈ ਉਹ ਨੈਚੁਰਲ ਹੈ, ਠੀਕ ਹੈ, ਉਹ ਮਿਨੀਮਮ ਚੀਜ਼ ਹੈ। ਜੇ ਤੁਸੀਂ ਬਾਹਰ ਜਾ ਰਹੇ ਹੋ, ਕਵਰ ਕਰਕੇ ਜਾਓ ਹਮੇਸ਼ਾ। ਜੇ ਤੁਸੀਂ ਹੈਟ ਪਾ ਸਕਦੇ ਹੋ, ਹੈਟ ਪਾਓ, ਫੇਸ ਕਵਰ ਕਰੋ, ਦੁਪੱਟਾ ਲਓ, ਫੁੱਲ ਸਲੀਵਸ ਦੇ ਕੱਪੜੇ ਪਾਓ ਧੁੱਪ ਤੋਂ ਬਚਣ ਲਈ।
ਜੇ ਆਪਾਂ ਕੁਝ ਨੈਚੁਰਲ ਚਾਹੁੰਦੇ ਹਾਂ। ਜੋ ਅਦਰਵਾਈਜ਼ ਸਕਿਨ ਕੇਅਰ ਰੂਟੀਨ ਹੈ ਉਹਦੇ ਵਿੱਚ ਜੋ ਬੇਸਿਕ ਤੁਹਾਨੂੰ ਚਾਹੀਦਾ ਹੈ, ਜਿਵੇਂ ਮੇਲ ਫੀਮੇਲ ਦੀ ਅਲੱਗ-ਅਲੱਗ ਗੱਲ ਕਰਦੀ ਹਾਂ, ਸਕਿਨ ਟਾਈਪ ਦੇ ਅਕੋਰਡਿੰਗਲੀ। ਜੇ ਤੁਹਾਡੀ ਨੋਰਮਲ ਸਕਿਨ ਹੈ, ਤੁਹਾਨੂੰ ਮਾਰਨਿੰਗ ਦੇ ਵਿੱਚ ਵਿਟਾਮਿਨ ਸੀ ਅਪਲਾਈ ਕਰਕੇ ਤੁਸੀਂ ਸਨਸਕ੍ਰੀਨ ਅਪਲਾਈ ਕਰੋ। ਠੀਕ ਹੈ, ਮੇਕਅਪ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋਏ, ਸਪੈਸ਼ਲੀ ਫॉर ਫੀਮੇਲਸ, ਅਵੋਇਡ ਕਰੋ। ਐਟਲੀਸਟ ਥਿਕ ਮੇਕਅਪ ਨਹੀਂ ਅਪਲਾਈ ਕਰਨਾ ਜਿਹਨਾਂ ਤੁਹਾਡੇ ਪੋਰਸ ਬੰਦ ਹੋਣ ਅਤੇ ਬਾਅਦ 'ਚ ਪਿੰਪਲ ਦੀ ਪ੍ਰੋਬਲਮ ਆਏ। ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਆਪਣਾ ਪੂਰਾ ਮੇਕਅਪ ਰਿਮੂਵ ਕਰੋ ਅਤੇ ਉਸ ਤੋਂ ਬਾਅਦ ਤੁਸੀਂ ਕੋਈ ਬਹੁਤ ਹੀ ਅੱਛਾ ਮੋਇਸਚਰਾਈਜ਼ਰ ਯੂਜ਼ ਕਰੋ, ਹਾਈਲੂਰੋਨਿਕ ਐਸਿਡ ਬੇਸ, ਜੋ ਤੁਹਾਨੂੰ ਫੁੱਲ ਨਾਈਟ ਮੋਇਸਚਰਾਈਜੇਸ਼ਨ ਦੇ। ਉਸ ਤੋਂ ਇਲਾਵਾ ਜੇ ਐਂਟੀ ਏਜਿੰਗ, ਜੇ ਅਬਵ 30 ਦੀ ਗੱਲ ਕਰਦੇ ਹਾਂ ਤਾਂ ਐਂਟੀ ਏਜਿੰਗ ਜਿਹੜੀਆਂ ਕਰੀਮਸ ਹੁੰਦੀਆਂ ਰੈਟੇਨੋਲ ਬੇਸਡ, ਉਹ ਯੂਜ਼ ਕਰ ਸਕਦੇ ਹੋ। ਜੇ ਆਪਾਂ ਆਇਲੀ ਵੀ ਵਰ ਟਾਕਿੰਗ ਅਬਾਊਟ ਡਰਾਈ ਸਕਿਨ ਦੇ ਵਿੱਚ ਜੈਂਟਲ ਕਲਿਨਜ਼ਰਸ ਯੂਜ਼ ਹੁੰਦੇ ਆ, ਜਿਹਦੇ ਵਿੱਚ ਸਿਟਾਈਲ ਐਲਕੋਹਲ ਅਤੇ ਸਟੇਰਾਈਲ ਐਲਕੋਹਲ ਹੁੰਦਾ ਹੈ, ਜੋ ਬਿਲਕੁਲ ਕਲਿਨਜ਼ਿੰਗ ਕਰਦਾ ਹੈ, ਸਾਫ਼ ਕਰਦਾ ਹੈ, ਅਤੇ ਜਿਹੜੇ ਨੈਚੁਰਲ ਆਇਲ ਹੈ ਡਰਾਈ ਸਕਿਨ ਦੇ, ਉਹਨਾਂ ਨੂੰ ਪ੍ਰੋਟੈਕਟ ਕਰਕੇ ਰੱਖਦਾ ਹੈ, ਉਹਨਾਂ ਨੂੰ ਸਕਿਨ ਦੇ ਵਿੱਚ ਰੱਖਦਾ ਹੈ। ਜਿਹੜੀ ਆਇਲੀ ਸਕਿਨ ਹੈ ਉਹ 'ਚ ਸੈਲੀਸਿਲਿਕ ਐਸਿਡ, ਗਲਾਈਕੋਲਿਕ, ਮੈਂਡਲਿਕ ਐਸਿਡ ਵਾਲੇ ਫੇਸ ਵਾਸ਼ ਚਾਹੀਦੇ ਆ। ਤੁਸੀਂ ਆਪਣੇ ਸਕਿਨ ਪ੍ਰੋਡਕਟਸ ਚੈੱਕ ਕਰ ਸਕਦੇ ਹੋ ਕਿ ਇਹਨਾਂ 'ਚੋਂ ਕਿਹੜਾ ਪ੍ਰੋਡਕਟ ਹੈ ਅਤੇ ਤੁਸੀਂ ਉਹ ਯੂਜ਼ ਕਰ ਸਕਦੇ ਹੋ। ਇੱਕ ਆਮ ਤੌਰ 'ਤੇ ਅੱਜ ਕੱਲ੍ਹ ਕਿਉਂਕਿ ਕਰੋਨਾ ਦਾ ਦੌਰ ਚੱਲ ਰਿਹਾ ਹੈ, ਅਸੀਂ ਮਾਸਕ ਪਾ ਕੇ ਘਰੋਂ ਨਿਕਲਦੇ ਹਾਂ, ਅਤੇ ਮਾਸਕ ਪਾਉਣ ਦੇ ਨਾਲ ਸਾਨੂੰ ਬਹੁਤ ਪ੍ਰੋਬਲਮ, ਕਈਆਂ ਦੇ ਪਿੰਪਲ ਹੋ ਰਹੇ ਨੇ ਜਾਂ ਫਿਰ ਕਲਰ ਚੇਂਜ ਹੋ ਰਿਹਾ। ਮਾਸਕ ਜਦੋਂ ਪਾਉਂਦੇ ਵੀ ਹਾਂ ਅਸੀਂ, ਸਕਿਨ ਦੀ ਕੇਅਰ ਕਿਵੇਂ ਕੀਤੀ ਜਾਵੇ? ਇਹ ਬਹੁਤ ਹੀ ਕਾਮਨ ਪ੍ਰੋਬਲਮ ਆ ਰਹੀ ਹੈ, ਸਪੈਸ਼ਲੀ ਜਿਹੜੇ ਲੋਕ N95 ਮਾਸਕ ਯੂਜ਼ ਕਰ ਰਹੇ ਹੈ, ਕਿਉਂਕਿ N95 ਜਿਹੜਾ ਹੈ ਬੇਸਿਕਲੀ ਜਦੋਂ ਬਿਲਕੁਲ ਬੰਦ ਹੋ ਜਾਂਦਾ ਹੈ ਤਾਂ ਇਹ ਇਨਕਿਊਬੇਟਰ ਦਾ ਕੰਮ ਕਰਦਾ ਹੈ। ਅੰਦਰ ਸਾਰੀ ਹਿਊਮਿਡਿਟੀ, ਤੁਹਾਡੇ ਆਪਣੇ ਜਿਹੜੇ ਬ੍ਰੈਥ ਦੇ ਪਾਰਟੀਕਲਸ ਹੈ, ਉਹ ਸਾਰਾ ਕੁਝ ਇਕੱਠਾ ਹੁੰਦਾ ਰਹਿੰਦਾ, ਆਇਲ ਇਕੱਠਾ ਹੁੰਦਾ ਰਹਿੰਦਾ, ਅਤੇ ਉਸ ਕਰਕੇ ਪਿੰਪਲ ਬਣਨ ਦੇ ਚਾਂਸਿਸ ਹੈ। ਮਾਸਕ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਪਰ ਜੇ ਤੁਸੀਂ ਇਕੱਲੇ ਹੋ, ਇਕੱਲੇ ਰੂਮ 'ਚੋਂ, ਵਰਕ ਪਲੇਸ 'ਤੇ ਹੋ, ਤਾਂ ਵਿੱਚ ਉਤਾਰ ਸਕਦੇ ਹੋ। ਪਰ ਜੇ ਓਬਵੀਅਸਲੀ ਜੇ ਤੁਸੀਂ ਲੋਕਾਂ ਨਾਲ ਹੋ ਤਾਂ ਤੁਸੀਂ ਉਹ ਨਹੀਂ ਕਰ ਸਕਦੇ। ਇਹਦੇ ਕੇਅਰ ਦੇ ਲਈ ਤੁਸੀਂ ਸਿਰਫ ਇੰਨਾ ਕਰ ਸਕਦੇ ਹੋ ਕਿ ਅਗਰ ਤੁਹਾਡੀ ਐਕਨੇ ਪ੍ਰੋਨ ਸਕਿਨ ਹੈ, ਤੁਹਾਡੇ ਪਿੰਪਲਸ ਆਉਂਦੇ ਹੈ, ਤਾਂ ਅੱਛਾ ਫੇਸ ਵਾਸ਼ ਯੂਜ਼ ਕਰਨਾ ਹੈ, ਜਿਹਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ, ਜਿਹ ਸੈਲੀਸਿਲਿਕ ਐਸਿਡ ਹੋਏ ਜਾਂ ਮੈਂਡਲਿਕ ਐਸਿਡ ਹੋਏ। ਐਕਨੇ ਕਰੀਮ ਯੂਜ਼ ਕਰਨੀ ਹੈ ਰਾਤ ਨੂੰ। ਤੁਸੀਂ ਕੋਈ ਵੀ ਹੈਵੀ ਮੇਕਅਪ, ਹੈਵੀ ਕਰੀਮ, ਹੈਵੀ ਫਾਊਂਡੇਸ਼ਨਸ ਮਾਸਕ ਦੇ ਨੀਚੇ ਨਹੀਂ ਲਗਾਉਣੀਆਂ, ਕਿਉਂਕਿ ਉਹਦੇ ਨਾਲ ਹਿਊਮਿਡਿਟੀ ਇਨਕਰੀਜ਼ ਹੋ ਕੇ ਪੋਰਸ ਹੋਰ ਬਲੌਕ ਹੋਣਗੇ ਅਤੇ ਪ੍ਰੋਬਲਮ ਜਿਹੜੀ ਹੈ ਹੋਰ ਜ਼ਿਆਦਾ ਵਧੇਗੀ। ਵਿਟਾਮਿਨ ਸੀ ਸਿਰਮ ਯੂਜ਼ ਕਰ ਸਕਦੇ ਹੋ ਨਾਈਟ ਟਾਈਮ 'ਤੇ, ਜਿਹੜਾ ਤੁਹਾਡੇ ਗਲੋ ਨੂੰ, ਸਕਿਨ ਨੂੰ ਮੇਨਟੇਨ ਕਰੇਗਾ। ਰਾਤ ਨੂੰ ਮੋਇਸਚਰਾਈਜ਼ਰ ਯੂਜ਼ ਕਰ ਸਕਦੇ ਹੋ। ਜੇ ਸਕਿਨ ਆਲਰੇਡੀ ਆਇਲੀ ਹੈ ਤਾਂ ਮਾਰਨਿੰਗ ਦੇ ਵਿੱਚ ਮੋਇਸਚਰਾਈਜ਼ਰ ਅਵੋਇਡ ਕਰਨਾ ਹੈ। ਅਤੇ ਬੇਸਿਕਲੀ ਅਗਰ ਪੋਸੀਬਿਲਿਟੀ ਹੈ N95 ਤੋਂ ਬਿਨਾਂ ਸਰਜੀਕਲ ਮਾਸਕ ਯੂਜ਼ ਕਰਨ ਦੀ, ਤਾਂ ਸਰਜੀਕਲ ਮਾਸਕ ਯੂਜ਼ ਕਰੋ। ਜੇ ਉਹ ਨਹੀਂ ਕਰ ਸਕਦੇ ਤਾਂ ਕਲੋਥ ਵਾਲੇ ਮਾਸਕ ਯੂਜ਼ ਕਰੋ, ਪਰ ਉਹਨਾਂ ਨੂੰ ਡੇਲੀ ਵਾਸ਼ ਕਰੋ। ਮਾਸਕ ਰੀਯੂਜ਼ ਨਹੀਂ ਕਰਦੇ ਰਹਿਣਾ। ਜੇ ਸੇਮ ਰੀਯੂਜ਼ ਕਰ ਰਹੇ ਹੋ ਤਾਂ ਫਿਰ ਉਹ ਡੇਲੀ ਵਾਸ਼ ਹੋਏਗਾ। ਲਾਸਟ ਵਿੱਚ ਕੋਈ ਇਹੋ ਜਿਹੀ ਗੱਲ ਸਾਡੇ ਵਿਊਅਰਸ ਨੂੰ ਕਹਿਣੀ ਚਾਹੁੰਦੇ ਹੋਵੋ, ਜਿਹੜੀ ਮੈਂ ਪੁੱਛੀ ਹਾਂ, ਭੁੱਲ ਗਿਆ ਹੋਵਾਂ, ਤੁਹਾਨੂੰ ਲੱਗਦਾ ਜ਼ਰੂਰੀ ਹੈ? ਆਪਾਂ ਨੈਕਸਟ ਵਾਲੇ ਸੈਸ਼ਨ ਦੇ ਵਿੱਚ ਹੇਅਰ ਫਾਲ ਦਾ ਡਿਸਕਸ ਕਰਾਂਗੇ, ਕਿਉਂਕਿ ਹੇਅਰ ਦੀ ਪ੍ਰੋਬਲਮ ਵੀ ਕਾਫੀ ਕਾਮਨ ਹੈ, ਅਤੇ ਕੁਛ ਐਂਟੀ ਏਜਿੰਗ ਟਰੀਟਮੈਂਟਸ ਦਾ ਜੋ ਕਾਫੀ ਸਾਰੇ ਪੇਸ਼ੈਂਟ ਆਉਂਦੇ ਹੈ। ਅੱਜ ਕੱਲ੍ਹ 60-70% ਪੇਸ਼ੈਂਟਸ ਜਿਹੜੇ ਹੈ ਐਸਥੈਟਿਕਸ ਦੇ ਆਉਂਦੇ ਆ, ਜੋ ਕਾਫੀ ਕੰਸਰਨਡ ਨੇ ਆਪਣੀ ਸਕਿਨ ਨਾਲ, ਅਤੇ ਆਪਣੀ ਸਕਿਨ ਨੂੰ ਮੇਨਟੇਨ ਕਰਨਾ ਚਾਹੁੰਦੇ ਆ ਜੋ ਉਹਨਾਂ ਦੀ ਯੰਗ ਦਿਨਾਂ ਦੇ ਵਿੱਚ ਸੀਗੀ, ਜੋ 20s ਦੇ ਵਿੱਚ ਸੀ। ਸਾਰੇ ਲੋਕ ਚਾਹੁੰਦੇ ਕਿ ਉਹੀ ਸਕਿਨ ਉਹਨਾਂ ਦੀ 40s 50s ਦੇ ਵਿੱਚ ਮੇਨਟੇਨ ਰਹੇ, ਤਾਂ ਉਹਦੇ ਵਾਸਤੇ ਸਪੈਸ਼ਲ ਟਰੀਟਮੈਂਟ ਹੁੰਦੇ ਆ, ਉਹ ਵੀ ਅਸੀਂ ਡਿਸਕਸ ਕਰਾਂਗੇ। ਤੁਹਾਡੇ ਤੱਕ ਕਿਸੇ ਨੇ ਸੰਪਰਕ ਕਰਨਾ ਹੋਵੇ, ਤੁਹਾਡੇ ਕੋਲ ਆਉਣਾ ਹੋਵੇ, ਕਿਵੇਂ ਪਹੁੰਚੇ, ਕੀ ਕੰਟੈਕਟ ਹੈ? ਮੈਂ ਡਾਕਟਰ ਮਨਪ੍ਰੀਤ ਹਾਂ, ਮੈਂ AG ਕਲੀਨਿਕਸ ਜੋਸ਼ੀ ਹੌਸਪੀਟਲ ਦੇ ਵਿੱਚ ਆਮ ਅਵੇਲੇਬਲ ਹੈ। ਕਿਸੇ ਨੇ ਵੀ ਆਉਣਾ ਹੈ, ਮਿਲਣਾ ਹੈ, ਮਿਲ ਸਕਦੇ ਆ। ਬਹੁਤ ਬਹੁਤ ਧੰਨਵਾਦ, ਤੁਸੀਂ ਗੱਲਬਾਤ। ਥੈਂਕ ਯੂ ਸੋ ਮਚ। ਸੋ ਇਹ ਸਨ ਡਾਕਟਰ ਮਨਪ੍ਰੀਤ, ਅਸੀਂ ਗੱਲਬਾਤ ਕਰ ਰਹੇ ਸੀਗੇ ਸਕਿਨ ਨਾਲ ਜੁੜੀਆਂ ਹੋਈਆਂ ਜਿਹੜੀਆਂ ਪ੍ਰੋਬਲਮਸ ਨੇ, ਰੋਗ ਨੇ, ਇਹਨਾਂ ਨੇ ਬਖੂਬੀ ਤਰੀਕੇ ਨਾਲ ਸਮਝਾਇਆ ਕਿ ਕਿਵੇਂ ਅਸੀਂ ਆਪਣੀ ਸਕਿਨ ਨੂੰ ਹੈਲਦੀ ਰੱਖ ਸਕਦੇ ਹਾਂ। ਉਮੀਦ ਹੈ ਕਿ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ। ਜੁੜੇ ਰਹੋ ਅੱਖਰ ਦੇ ਨਾਲ।